ਪੰਜਾਬ ਸਰਕਾਰ ਦੇ 5 ਮਹੀਨੇ ਪੂਰੇ ਹੋ ਚੁੱਕੇ ਨੇ ਤੇ ਕਾਰਜਕਾਲ ਕਿਹੋ ਜਿਹਾ ਰਿਹਾ। ਸਾਡੇ ਨਾਲ ਗੱਲਬਾਤ ਕਰਨ ਵਾਸਤੇ ਕੈਬਨਿਟ ਮੰਤਰੀ ਅਮਨ ਅਰੋੜਾ ਮੌਜੂਦ ਨੇ, ਉਹਨਾਂ ਤੋਂ ਜਾਣਦੇ ਹਾਂ। ਸਰ 5 ਮਹੀਨੇ ਹੁਣ ਸਰਕਾਰ ਨੇ ਪੂਰੇ ਕਰ ਲਏ ਨੇ, ਹੌਲੀ ਹੌਲੀ ਜਿਹੜਾ ਹੈ ਸਮਾਂ ਵੱਧਦਾ ਜਾ ਰਿਹਾ ਤੇ ਗਰੰਟੀਆਂ ਵੀ ਪੂਰੀਆਂ ਕੀਤੀਆਂ ਜਾ ਰਹੀਆਂ ਨੇ। ਹੁਣ ਕਿਸ ਤਰ੍ਹਾਂ ਦਾ ਤੁਸੀਂ ਦੇਖਦੇ ਹੋ ਕਿ ਕਾਰਜ ਕਰ ਰਹੇ ਹੋ? ਦੇਖੋ, ਵੈਸੇ ਤਾਂ ਇਹ ਖੈਰ ਪੰਜਾਬ ਦੇ ਲੋਕ ਜਿਨ੍ਹਾਂ ਨੇ ਸਾਨੂੰ ਇੱਥੇ ਤੱਕ ਚੁਣ ਕੇ ਭੇਜਿਆ ਇਹ ਉਹਨਾਂ ਦਾ ਪ੍ਰੈਰੋਗੇਟਿਵ ਹੈ ਦੱਸਣਾ, ਪਰ ਮੈਂ ਇਹ ਮੰਨ ਕੇ ਚੱਲਦਾ ਵੀ ਜਿਸ ਤਰੀਕੇ ਦੇ ਨਾਲ 5 ਮਹੀਨਿਆਂ ਦੇ ਵਿੱਚ ਭਗਵੰਤ ਮਾਨ ਜੀ ਦੀ ਸਰਕਾਰ ਨੇ ਕੰਮ ਕੀਤੇ ਨੇ, ਇਹ ਸ਼ਾਇਦ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਹੋਏਗਾ ਕਿ ਇੰਨੀ ਜਲਦੀ ਇੰਨੇ ਵਾਅਦੇ ਨੇ ਜਿਹੜੇ ਉਹ ਪੂਰੇ ਕੀਤੇ ਜਾ ਸਕਦੇ ਨੇ। ਜੇ ਆਪਾਂ ਗਰੰਟੀਜ਼ ਦੀ ਗੱਲ ਕਰ ਲਈ, ਹੈਲਥ ਔਰ ਐਜੂਕੇਸ਼ਨ ਦੇ ਉੱਪਰ ਮੇਜਰਲੀ ਕੰਮ ਹੋ ਰਿਹਾ ਹੈ। ਜਿਹੜੀ 300 ਯੂਨਿਟ ਬਿਜਲੀ ਦੇਣ ਦੀ ਗੱਲ ਸੀ ਹਰ ਮਹੀਨੇ ਹਰ ਘਰ ਨੂੰ, ਉਹ ਵਾਅਦਾ ਆਲਰੇਡੀ ਇੰਪਲੀਮੈਂਟ ਹੋ ਚੁੱਕਿਆ ਹੈ। 1 ਕਰੋੜ ਜਿਹੜੇ ਸ਼ਹੀਦ ਹੁੰਦੇ ਨੇ ਸਾਡੇ ਸੈਨਿਕ, ਉਹਨਾਂ ਨੂੰ ਦੇਣ ਦੀ ਗੱਲ ਹੈ ਜਿਹੜੀ ਉਹ ਪੂਰਾ ਹੋ ਚੁੱਕਿਆ ਹੈ। ਇਸੇ ਤਰੀਕੇ ਦੇ ਨਾਲ ਇੱਕ ਪੈਨਸ਼ਨ, ਇੱਕ MLA ਇੱਕ ਪੈਨਸ਼ਨ ਦਾ ਵਾਅਦਾ ਜਿਹੜਾ ਉਹ ਅਸੀਂ ਪੂਰਾ ਕਰ ਚੁੱਕੇ ਹਾਂ। ਉਹਦੇ ਨਾਲ 100 ਕਰੋੜ ਹੈ ਜਿਹੜਾ 5 ਸਾਲਾਂ ਦੇ ਵਿੱਚ ਬਚੇਗਾ। ਅੱਜ ਤੱਕ ਹੁਣ ਤੱਕ ਦੀਆਂ ਸਰਕਾਰਾਂ ਦੇ ਵਿੱਚ ਤੁਸੀਂ ਹਰਸਿਮਰਤ ਜੀ ਜ਼ਮੀਨਾਂ ਦੇ ਕਬਜ਼ੇ ਕਰਾਉਂਦੇ ਤਾਂ ਲੀਡਰ ਦੇਖੇ ਹੋਣਗੇ, ਕਬਜ਼ੇ ਛੁਡਾਉਣ ਵਾਲਾ ਕੰਮ ਹੈ ਜਿਹੜਾ ਉਹ ਪਹਿਲੀ ਵਾਰੀ ਹੋ ਰਿਹਾ। ਸੋ ਮੈਂ ਸਮਝਦਾ ਕਿ ਵੱਡੇ ਪੱਧਰ ਦੇ ਉੱਪਰ ਔਰ ਸਭ ਤੋਂ ਵੱਡੀ ਜਿਹੜੀ ਗੱਲ ਆ, ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਘਰ ਕਰ ਚੁੱਕੀ ਸੀਗੀ ਕਿ ਕਰਪਸ਼ਨ ਦਾ ਜੀ, ਭ੍ਰਿਸ਼ਟਾਚਾਰ ਤਾਂ ਕਦੇ ਖਤਮ ਨਹੀਂ ਹੋ ਸਕਦਾ ਹੈਗਾ। ਉਹ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਜੀ ਨੇ ਦਲੇਰੀ ਦੇ ਨਾਲ, ਜਿਸ ਬੋਲਡਨੈਸ ਦੇ ਨਾਲ ਔਰ ਜਿਸ ਸਪਸ਼ਟਤਾ ਦੇ ਨਾਲ ਕਰਪਸ਼ਨ ਵਰਗੇ ਕੈਂਸਰ ਨੂੰ ਜੜੋਂ ਖਤਮ ਦਾ ਬੀੜਾ ਚੁੱਕਿਆ ਹੋਇਆ ਹੈ, ਉਹਦੇ ਮੈਂ ਸਮਝਦਾ ਕਿ ਤਾਰੀਫਾਂ ਨੇ ਜਿਹੜੀਆਂ ਅੱਜ ਇਕੱਲੇ ਮੁਲਕ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਹੋ ਰਹੀਆਂ ਨੇ। ਸੋ ਮੈਂ ਸਮਝਦਾ ਕਿ 5 ਮਹੀਨਿਆਂ ਦੇ ਵਿੱਚ ਬਹੁਤ ਵੱਡੇ ਕੰਮ ਨੇ ਜਿਹੜੇ ਉਹ ਹੋ ਰਹੇ ਨੇ, ਪਰ ਦੈਟ ਡਜ਼ ਨਾਟ ਮੀਨ ਕਿ ਅਸੀਂ ਕਿ ਇਹ ਜਿਹੇ ਹੋਰ ਅਸੀਂ ਸਾਰਾ ਕੁਝ ਕਰਤਾ ਹੈ ਜੀ। ਬਹੁਤ ਕੁਝ ਕਰਨ ਵਾਲਾ ਪਿਆ ਹੈ, ਪਰ ਮੈਂ ਸਮਝਦਾ ਕਿ ਜਿਸ ਤਰੀਕੇ ਨਾਲ ਸਰਕਾਰ ਲੱਗੀ ਹੋਈ ਹੈ ਉਹ ਦਿਨ ਦੂਰ ਨਹੀਂ ਹੈ ਕਿ ਜਦ ਇਕੱਲਾ ਪੰਜਾਬ ਹੀ ਨਹੀਂ, ਸਾਰਾ ਮੁਲਕ ਕਹੇਗਾ ਕਿ ਪੰਜਾਬ ਨੂੰ ਟਰਨ ਅਰਾਊਂਡ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੇ ਔਰ ਭਗਵੰਤ ਮਾਨ ਜੀ ਨੇ ਕੀਤਾ ਹੈ ਉਹ ਕਾਬਿਲੇ ਤਾਰੀਫ ਹੈ। ਗੱਲ ਹੋ ਗਈ ਪੰਜਾਬ ਸਰਕਾਰ ਦੇ ਕਾਰਜਕਾਲ ਦੀ, ਤੁਹਾਡੇ ਬਾਰੇ ਵੀ ਜਾਣ ਲੈਂਦੇ ਹਾਂ। ਤੁਸੀਂ ਥੋੜ੍ਹਾ ਚਿਰ ਹੀ ਹੋਇਆ ਹਾਲੇ ਉਹਦਾ ਸੰਭਾਲੇ ਨੂੰ, ਪਹਿਲਾਂ ਤੋਂ ਲੈ ਕੇ ਹੁਣ ਤੱਕ ਕੀ ਬਦਲਾਅ ਜਿਹੜੇ ਤੁਹਾਡੇ ਡਿਪਾਰਟਮੈਂਟ ਦੇ ਵਿੱਚ ਆਏ ਨੇ? ਦੇਖੋ, ਇਸ ਤਰ੍ਹਾਂ ਕਿ ਮੇਰੇ ਕੋਲ 3 ਡਿਪਾਰਟਮੈਂਟਸ ਨੇ। ਜੇ ਹਾਊਸਿੰਗ ਤੇ ਅਰਬਨ ਡਿਵੈਲਪਮੈਂਟ ਦੀ ਗੱਲ ਕਰ ਲਈ ਤਾਂ ਇਹਦੇ ਵਿੱਚ ਹੁਣ ਤੱਕ ਕੀ ਸੀ ਕਿ ਜਿਹੜੀ ਅਥਾਰਟੀ ਸਾਡੀਆਂ ਬਣੀਆਂ, ਚਾਹੇ ਉਹ ਗਮਾਡਾ ਹੈ, ਗਲਾਡਾ ਹੈ, ਜਲੰਧਰ ਡਿਵੈਲਪਮੈਂਟ ਅਥਾਰਟੀ ਹੈ, ਅੰਮ੍ਰਿਤਸਰ ਹੈ, ਬਠਿੰਡਾ, ਇਹਨਾਂ ਦੇ ਵਿੱਚ ਸਿਰਫ ਔਰ ਸਿਰਫ ਉੱਥੇ ਤੱਕ ਹੀ ਸੀਮਿਤ ਸੀਗੇ। ਹੁਣ ਅਸੀਂ ਪਲਾਨ ਕਰ ਰਹੇ ਹਾਂ ਕਿ ਆਪਦੇ ਉਹਨਾਂ ਸ਼ਹਿਰਾਂ ਦੇ ਵਿੱਚੋਂ ਨਿਕਲ ਕੇ ਇਹ ਅਥਾਰਟੀਜ਼ ਨੇ ਜਿਹੜੀਆਂ ਉਹ ਅਰਬਨ ਪਲੈਨਡ ਡਿਵੈਲਪਮੈਂਟ ਨੇ ਜਿਹੜੀਆਂ ਉਹ ਕਰਨਗੀਆਂ। ਇਸ ਤੋਂ ਇਲਾਵਾ ਸਾਰੇ ਸਿਸਟਮ ਨੂੰ ਬੜਾ ਟਰਾਂਸਪੇਰੈਂਟ ਔਰ ਅਕਾਊਂਟੇਬਲ ਹੈ ਜਿਹੜਾ ਉਹ ਬਣਾਇਆ ਜਾ ਰਿਹਾ ਹੈ। ਜਿਸ ਤਰੀਕੇ ਦੇ ਨਾਲ ਲੋਕਾਂ ਦੀ ਕਰਪਸ਼ਨ ਔਰ ਖੱਜਲ ਖੁਆਰੀ ਹੁੰਦੀ ਹੈ ਉਹਨੂੰ ਅਸੀਂ ਜ਼ੀਰੋ 'ਤੇ ਲੈ ਕੇ ਆਵਾਂਗੇ। ਇਹਦੇ ਲਈ ਮਾਨ ਸਾਹਿਬ ਦੀਆਂ ਡਾਇਰੈਕਸ਼ਨ ਜਿਹੜੀਆਂ ਉਹ ਬੜੀਆਂ ਕਲੀਅਰ ਨੇ। ਔਰ ਜਿਹੜੀ ਅਨਪਲੈਨਡ ਡਿਵੈਲਪਮੈਂਟ, ਅਨਆਥੋਰਾਈਜ਼ਡ ਇਲੀਗਲ ਕਲੋਨੀਆਂ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ 14,000 ਨੇ ਜਿਹੜੀਆਂ ਡਿਵੈਲਪ ਹੋ ਗਈਆਂ। ਉਹ ਇਸੇ ਕਰਕੇ ਹੋ ਗਈਆਂ ਕਿਉਂਕਿ ਸਮੇਂ ਦੇ ਲੀਡਰ ਸੀ ਜਿਹੜੇ ਉਹ ਆਪ ਕੋਲੋਨਾਈਜ਼ਰ ਬਣ ਗਏ ਔਰ ਇਲੀਗਲ ਕਲੋਨੀਜ਼ ਉਹ ਕੱਢਦੇ ਰਹੇ। ਸੋ ਉਹ ਸਾਰੀਆਂ ਚੀਜ਼ਾਂ ਅਸੀਂ ਸਟਰੀਮਲਾਈਨ ਕਰ ਰਹੇ ਹਾਂ, ਨੰਬਰ 1। ਨੰਬਰ 2, ਜਿਹੜੀ ਰੀਨਿਊਏਬਲ ਐਨਰਜੀ ਹੈ ਉਹਦੇ ਵਿੱਚ ਸੋਲਰ ਦੇ ਵਿੱਚ ਔਰ ਬਾਇਓਗੈਸ ਦੇ ਵਿੱਚ ਅਸੀਂ ਵੱਡੇ ਪੱਧਰ ਦੇ ਉੱਪਰ ਪਲੈਨਿੰਗ ਜਿਹੜੀ ਸਾਡੀ ਚੱਲ ਰਹੀ ਹੈ, ਜਿਹਦੇ ਨਾਲ ਜੇ ਸੋਲਰ ਦੀ ਆਪਾਂ ਗੱਲ ਕਰ ਲਈਏ ਤਾਂ ਸਰਕਾਰ ਦਾ ਵੀ ਔਰ ਕਿਸਾਨਾਂ ਦਾ ਵੀ ਜਿਹੜਾ ਲੱਖਾਂ ਕਰੋੜਾਂ ਰੁਪਏ ਜਿਹੜਾ ਉਹ ਬਚਣਾ ਸ਼ੁਰੂ ਹੋਏਗਾ। ਔਰ ਬਾਇਓ ਗੈਸ ਦੇ ਜਿਹੜੇ ਪ੍ਰੋਜੈਕਟ ਨੇ ਉਹ ਅਸੀਂ ਕੱਲ੍ਹ ਵੀ ਕੈਲੋਈ ਜਿਹੜੀ ਦੇ ਕੇ ਹਟੇ ਹਾਂ। ਕੱਲ੍ਹ ਮੈਂ ਮੀਟਿੰਗ ਖੁਦ ਆਪ ਕੀਤੀ ਹੈ, ਉਹਨੂੰ ਵੀ ਵੱਡੇ ਪੱਧਰ ਦੇ ਉੱਪਰ ਲੈ ਕੇ ਰਹੇ ਕਿਉਂਕਿ ਉਹ ਐਨਵਾਇਰਮੈਂਟਲ ਨੂੰ ਸੂਟ ਕਰਦਾ ਹੈ, ਐਨਵਾਇਰਮੈਂਟ ਨੂੰ, ਔਰ ਐਮਪਲੋਇਮੈਂਟ ਜਨਰੇਸ਼ਨ ਹੋਣੀ ਹੈ। ਸੋ ਕਾਫੀ ਕੰਮ ਹੈ ਜਿਹੜਾ ਉਹਦੇ ਵਿੱਚ ਚੱਲ ਰਿਹਾ। ਸੋ ਮੈਂ ਸਮਝਦਾ ਕਿ ਕਾਫੀ ਕੰਮ ਅਸੀਂ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਕੀਤਾ ਹੈ ਔਰ ਬਹੁਤ ਵੱਡੇ ਪੱਧਰ ਦੇ ਉੱਪਰ ਕੰਮ ਹਜੇ ਚੱਲ ਰਿਹਾ। ਆਉਣ ਵਾਲੇ ਦਿਨਾਂ 'ਚ ਤੁਹਾਨੂੰ ਉਹਦੇ ਰਿਜ਼ਲਟ ਦੇਖਣ ਨੂੰ ਮਿਲਣਗੇ। ਅਰੋੜਾ ਜੀ, ਦੇਖਿਆ ਜਾ ਰਿਹਾ ਸੀਗਾ ਕਿ ਜਿਹੜੇ ਪ੍ਰੋਪਰਟੀ ਡੀਲਰ ਹੈਗੇ ਨੇ ਉਹ ਕਈ ਅਨਆਥੋਰਾਈਜ਼ ਹੈਗੇ ਨੇ, ਕਈਆਂ ਕੋਲ ਲਾਇਸੈਂਸ ਨਹੀਂ ਹੈਗੇ, ਤਾਂ ਫਿਰ ਵੀ ਉਹ ਡੀਲਿੰਗ ਕਰ ਰਹੇ ਨੇ। ਫਿਰ ਇਸ ਸਮੱਸਿਆ ਤੋਂ ਕਿਸ ਤਰ੍ਹਾਂ ਨਜਿੱਠੋਗੇ? ਨਹੀਂ, ਦੇਖੋ ਹਰਸਿਮਰਤ ਜੀ, ਇਸ ਤਰ੍ਹਾਂ ਕਿ ਜਿਹੜੇ ਐਕਟ ਦਾ ਕਾਨੂੰਨ ਤਾਂ ਬਣੇ ਹੁੰਦੇ ਨੇ ਪਰ ਉਹ ਇਸ ਕਰਕੇ ਕਿਉਂਕਿ ਲਾਗੂ ਨਹੀਂ ਹੁੰਦੇ ਹੈਗੇ ਔਰ ਸਰਕਾਰ ਦੀ ਉਸ 'ਚ ਕਿਤੇ ਨਾ ਕਿਤੇ ਇਨਵੋਲਵਮੈਂਟ ਹੁੰਦੀ ਹੈ। ਹੁਣ ਜੇ ਅਸੀਂ ਰੇਰਾ ਦੀ ਗੱਲ ਕਰ ਰਹੀਏ, ਰੇਰਾ ਨੂੰ ਕਾਨੂੰਨ ਨੂੰ ਬਣੇ ਤਾਂ ਬਹੁਤ ਸਾਲ ਹੋ ਗਏ ਪਰ ਉਹਦੀ ਇੰਪਲੀਮੈਂਟੇਸ਼ਨ ਨਹੀਂ ਹੋਈ ਕਿਉਂਕਿ ਲੀਡਰ ਖੁਦ ਆਪ ਹੋਈ ਆ, ਉਹਨਾਂ ਦੇ ਚਹੇਤੇ ਨੇ ਜਿਹੜੇ ਉਹ ਪ੍ਰੋਪਰਟੀ ਡੀਲਰ ਤੇ ਡਿਵੈਲਪਰ ਬਣ ਗਏ। ਸੋ ਇਸ ਕਰਕੇ ਜਦੋਂ ਨੀਅਤਾਂ ਸਾਫ਼ ਨਾ ਹੋਣ ਜੀ, ਉਦੋਂ ਕੰਮ ਹੈ ਜਿਹੜਾ ਉਹ ਖਰਾਬ ਹੁੰਦਾ। ਸੋ ਇਸ ਕਰਕੇ ਅਸੀਂ ਸਾਰੇ ਨੂੰ ਸਟਰੀਮਲਾਈਨ ਕਰਨ ਲੱਗੇ ਹਾਂ ਤਾਂ ਕਿ ਲੋਕਾਂ ਨੂੰ ਜਿਹੜੀ ਇੱਕ ਚੰਗੀ ਪਲੈਨਡ ਡਿਵੈਲਪਮੈਂਟ ਹੈ ਜਿਹੜੀ ਉਹ ਦਿੱਤੀ ਜਾ ਸਕੇ।
ਇੱਕ ਚੀਜ਼ ਹੋਰ ਸਾਹਮਣੇ ਆਉਂਦੀ ਹੈ ਕਿ ਉਵੇਂ ਅਰਬਨ ਡਿਵੈਲਪਮੈਂਟ ਦੀ ਗੱਲ ਕੀਤੀ ਜਾਂਦੀ ਸੀ, ਸਮਾਰਟ ਸਿਟੀਜ਼ ਦੀ ਗੱਲ ਕਰਦੇ ਆ ਬਣਾਉਣੀਆਂ ਨੇ, ਪਰ ਜਦੋਂ ਅਜਿਹਾ ਮੌਸਮ ਆਉਂਦਾ ਜਿਵੇਂ ਹੁਣ ਸਾਵਣ ਦੀ ਹੀ ਗੱਲ ਕਰ ਲਿੱਤੀ ਜਾਏ ਤਾਂ ਸਾਰੇ ਪਾਸੇ ਜਿਹੜਾ ਪਾਣੀ ਪਾਣੀ ਹੋ ਜਾਂਦਾ, ਬਹੁਤ ਸਮੱਸਿਆਵਾਂ ਜਿਹੜੀ ਸ਼ਹਿਰ ਵਾਲਿਆਂ ਨੂੰ ਵੀ ਇਸ ਨਾਲ ਜੂਝਣਾ ਪੈਂਦਾ, ਉਸ ਨੂੰ ਕਿਸ ਤਰ੍ਹਾਂ ਅਰਬਨ ਡਿਵੈਲਪਮੈਂਟ ਦੇ ਵਿੱਚ ਖਤਮ ਕਰੋ? ਦੇਖੋ, ਇਸ ਤਰ੍ਹਾਂ ਕਿ ਇਹ ਬਹੁਤ ਵੱਡਾ ਔਰ ਵੈਲਿਡ ਸਵਾਲ ਹੈ ਤੁਹਾਡਾ। ਅੱਜ 70-75 ਸਾਲ ਤੋਂ ਬਾਅਦ ਪਾਣੀ ਦੀ ਨਿਕਾਸੀ ਦੀ ਪ੍ਰੋਬਲਮ, ਸੀਵਰੇਜ ਦੀ ਪ੍ਰੋਬਲਮ, ਵਾਟਰ ਸਪਲਾਈ ਦੀ ਪ੍ਰੋਬਲਮ, ਇਹਨਾਂ ਨਾਲ ਅੱਜ ਵੀ ਮੁਲਕ ਹੈ ਜਿਹੜਾ ਔਰ ਪੰਜਾਬ ਉਹ ਜੂਝ ਰਿਹਾ ਹੈ। ਇਹ ਹੁੰਦਾ ਸਿਰਫ ਉਦੋਂ ਹੀ ਹੈ ਜਦੋਂ ਜੇ ਸਪੋਜ਼ ਸੀਵਰ ਲਾਈਨ ਦੀ ਕਿਤੇ 24 ਇੰਚ ਪਾਈਪਲਾਈਨ ਪਾਉਣੀ ਹੈ ਅਤੇ ਤੁਸੀਂ ਸਰਕਾਰ ਅਤੇ ਲੀਡਰ ਮਿਲ ਕੇ ਉੱਥੇ ਪਾ ਦੇਣ 9 ਇੰਚ ਦਾ, ਵੀ ਮੁੜ ਕੇ ਦੁਬਾਰਾ ਫਿਰ 2 ਸਾਲ ਨੂੰ ਕੰਮ ਕਰਾਂਗੇ, ਫਿਰ ਕਮਿਸ਼ਨ ਬਣੂਗਾ। ਇਹ ਸਾਰੀਆਂ ਉਸ ਕਰਕੇ ਪ੍ਰੋਬਲਮ ਆਉਂਦੀਆਂ ਨੇ। ਜਦ ਕਿ ਮੈਂ ਸਮਝਦਾ ਕਿ ਜਿਹੜੀ ਪਲੈਨਿੰਗ ਹੈ ਨਾ ਜੀ, ਪਲੈਨਿੰਗ ਆਉਣ ਵਾਲੇ 20-25-30 ਸਾਲ ਦੀ ਹੋਣੀ ਚਾਹੀਦੀ ਹੈ। ਇਹ ਸਾਰੀਆਂ ਚੀਜ਼ਾਂ ਨੋ ਡਾਊਟ ਬਹੁਤ ਵੱਡੀ ਮੁਸ਼ਕਿਲ ਹੈਗੀਆਂ, ਪਰ ਹੌਲੀ ਹੌਲੀ ਕਰਨ ਲੱਗੇ ਹੋਏ ਹਾਂ। ਐਕਚੁਅਲੀ ਸਾਡਾ ਮਾਨ ਸਾਹਿਬ ਦਾ ਔਰ ਉਹਨਾਂ ਦੀ ਸਾਰੀ ਕੈਬਨਿਟ ਦਾ, ਸਾਰੀ ਸਰਕਾਰ ਦਾ ਬਹੁਤਾ ਸਮਾਂ ਤੇ એનર્ਜੀ ਤਾਂ ਜਿਹੜੀਆਂ ਪਿਛਲੀਆਂ ਸਰਕਾਰਾਂ ਗੰਢਾਂ ਪਾ ਗਈਆਂ ਨਾ ਜੀ, ਉਹਨਾਂ ਨੂੰ ਖੋਲ੍ਹਣ ਦੇ ਵਿੱਚ ਹੀ ਲੱਗ ਰਿਹਾ। ਹੁਣ ਤੁਸੀਂ ਸਾਰੀਆਂ ਚੀਜ਼ਾਂ ਨੂੰ ਵਾਚ ਕਰ ਰਹੇ ਹਾਂ ਅਤੇ ਉਹਨਾਂ ਦੇ ਕੀ ਵਾਇਬਲ ਸੋਲਿਊਸ਼ਨਸ ਹੈਗੇ। ਹੁਣ ਉਹਦੇ ਵਿੱਚ ਕੰਸਟ੍ਰੇਂਟਸ ਵੀ ਕਈ ਆ ਜਾਂਦੇ ਨੇ, ਫਾਈਨੈਂਸ਼ੀਅਲ ਕੰਸਟ੍ਰੇਂਟਸ ਵੀ ਆ ਜਾਂਦੇ ਨੇ। ਸੋ ਇਸ ਕਰਕੇ ਸਾਰੀਆਂ ਚੀਜ਼ਾਂ ਦੇ ਉੱਪਰ ਸੋਚ ਵਿਚਾਰਾ ਜਿਹੜਾ ਚੱਲ ਰਿਹਾ। ਪਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇੱਕ ਚੀਜ਼ ਮੰਨ ਕੇ ਚੱਲਦਾ ਕਿ ਬੁਨਿਆਦੀ ਢਾਂਚਾ ਜਿਹੜਾ ਉਹ ਬੜੀ ਜਲਦੀ ਹੀ ਅਸੀਂ ਸਾਰੇ ਪੰਜਾਬ ਦਾ ਦੁਰਸਤ ਕਰਨ ਦੇ ਵਿੱਚ ਕਾਮਯਾਬ ਹੋ ਜਾਵਾਂਗੇ ਜੀ। ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਫੇਰੀ ਲਗਾਉਣੀ ਹੈ, ਕਿਵੇਂ ਦੇਖਦੇ ਹੋ? ਨਹੀਂ, ਚਲੋ ਖੈਰ ਇਹ ਤਾਂ ਉਹਨਾਂ ਦਾ ਪ੍ਰੈਰੋਗੇਟਿਵ ਹੈ ਜੀ ਆਇਆਂ ਨੂੰ, ਜੀ ਸਦਕੇ ਆਉਣ, ਕੋਈ ਦਿੱਕਤ ਨਹੀਂ ਹੈ ਉਹਦੇ ਵਿੱਚ। ਔਰ ਪ੍ਰਧਾਨ ਮੰਤਰੀ ਉਹ ਸਾਰੇ ਦੇਸ਼ ਦੇ ਨੇ ਅਤੇ ਪੰਜਾਬ ਦੇ ਪ੍ਰਧਾਨ ਮੰਤਰੀ ਹੋਏ, ਜੀ ਸਦਕੇ ਆਉਣ, ਉਹ 'ਚ ਸਾਨੂੰ ਕੀ ਦਿੱਕਤ ਹੈ। ਅਸੀਂ ਤਾਂ ਸਿਰਫ ਔਰ ਸਿਰਫ ਇੰਨੀ ਉਹਨਾਂ ਨੂੰ ਬੇਨਤੀ, ਮਾਨ ਸਾਹਿਬ ਵੀ ਉੱਥੇ ਜਾ ਕੇ ਕਰਦੇ ਰਹੇ ਨੇ ਅਤੇ ਪੰਜਾਬ ਸਰਕਾਰ ਵੀ ਉਹਨਾਂ ਨੂੰ ਬੇਨਤੀ ਇਹੀ ਬਾਰ-ਬਾਰ ਕਰਦੀ ਰਹੀ ਹੈ ਕਿ ਜਿੰਨਾ ਪੰਜਾਬ ਦਾ ਹੱਕ ਹੈ, ਜਿੰਨਾ ਫੈਡਰਲ ਸਟਰਕਚਰ ਨੂੰ ਮਜ਼ਬੂਤ ਕਰਨ ਦੇ ਲਈ ਜਿਨ੍ਹਾਂ ਚੀਜ਼ਾਂ ਦੇ ਉੱਪਰ ਸਾਡਾ ਹੱਕ ਬਣਦਾ ਹੈ, ਉਹ ਸਾਨੂੰ ਬਿਨ ਮੰਗਿਆਂ ਮਿਲਣੇ ਚਾਹੀਦੇ ਨੇ। ਇਹ ਤਰੀਕਾ ਨਹੀਂ ਹੈ ਕੋਈ ਕਿ ਪੰਜਾਬ ਸਰਕਾਰ ਹਰੇਕ ਚੀਜ਼ ਦੇ ਲਈ ਬਾਰ-ਬਾਰ ਮੰਗਣ ਜਾਵੇ ਜਾਂ ਉੱਥੋਂ ਪੰਜਾਬ ਦੇ ਨਾਲ ਕੋਈ ਮਤਰੇਈ ਮਾਂ ਵਾਲਾ ਸਲੂਕ ਹੋਵੇ। ਇਹ ਚੀਜ਼ ਜਿਹੜੀ ਮੈਂ ਸਮਝਦਾ ਕਿ ਫੈਡਰਲ ਢਾਂਚੇ ਦੇ ਲਈ ਚੰਗੀ ਨਹੀਂ ਹੈ। ਬਾਕੀ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਨੇ, ਜੀ ਸਦਕੇ ਜੀ ਆਇਆਂ ਨੂੰ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਜੀ, ਥੈਂਕ ਯੂ। ਇਹ ਸਨ ਸਾਡੇ ਨਾਲ ਕੈਬਨਿਟ ਮੰਤਰੀ ਅਰੋੜਾ, ਜਿਨ੍ਹਾਂ ਨੇ ਆਪਦੇ ਜਿਹੜਾ ਇਹਨਾਂ ਦਾ ਵਿਭਾਗ ਹੈਗਾ ਉਹਦੇ ਬਾਰੇ ਵੀ ਸਾਡੇ ਨਾਲ ਗੱਲਬਾਤ ਕੀਤੀ। ਨਾਲ ਹੀ ਨਾਲ 5 ਮਹੀਨੇ ਜਿਹੜੇ ਹੁਣ ਸਰਕਾਰ ਦੇ ਕਾਰਜਕਾਲ ਦੇ ਪੂਰੇ ਹੋਏ ਆ ਉਸ ਦੀ ਵੀ ਸ਼ਲਾਘਾ ਕੀਤੀ। ਨਾਲ ਹੀ ਨਾਲ ਪ੍ਰਧਾਨ ਮੰਤਰੀ ਦੀ ਜਿਹੜੀ ਹੁਣ ਫੇਰੀ ਰਹਿਣ ਲੱਗ ਵਾਲੀ ਹੈ ਪੰਜਾਬ ਦੇ ਵਿੱਚ, ਉਸ ਨੂੰ ਵੀ ਇਹਨਾਂ ਨੇ ਕਿਹਾ ਕਿ ਬਹੁਤ ਚੰਗੀ ਗੱਲ ਹੈ ਕਿ ਪੰਜਾਬ ਆ ਕੇ ਐਟਲੀਸਟ ਇੱਥੋਂ ਦੇ ਹਾਲਾਤ ਦੇਖਣਗੇ ਅਤੇ ਪੰਜਾਬ ਦੇ ਜਿਹੜੇ ਬਣਦੇ ਹੱਕ ਹੈਗੇ ਉਹਨਾਂ ਨੇ ਕਿਹਾ ਹੈ ਕਿ ਉਹ ਵੀ ਉਹਨਾਂ ਨੂੰ ਜਲਦ ਤੋਂ ਜਲਦ ਦੇ ਦੇਣੇ ਚਾਹੀਦੇ ਨੇ। ਵੀਡੀਓ ਜਰਨਲਿਸਟ ਅਨਿਲ ਦੇ ਨਾਲ, ਦੈਨਿਕ ਸਵੇਰਾ ਟੀਵੀ ਦੇ ਲਈ ਚੰਡੀਗੜ੍ਹ ਤੋਂ ਹਰਸਿਮਰਤ। ਬਾਬਾ ਯਾਮੀਨ ਬੰਗਾਲੀ 골ਡ ਮੈਡਲਿਸਟ ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ। ਦੇਸ਼ ਵਿਦੇਸ਼ 'ਚ ਬੈਠੇ ਸਾਨੂੰ WhatsApp ਤੇ ਵੀ ਕਾਲ ਕਰ ਸਕਦੇ ਨੇ। ਘਰ ਬੈਠੇ 11 ਮਿੰਟਾਂ 'ਚ 101% ਗਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁਠਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਬਨ, ਜਾਦੂ ਟੋਣਾ, ਮਨਮੋਹਣੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ, ਰੁੱਸੇ ਨੂੰ ਮਨਾਉਣਾ, ਪਿਆਰ ਮੁਹੱਬਤ। ਬਾਬਾ ਯਾਮੀਨ ਬੰਗਾਲੀ 96 435 032 21।